ਮੇਰੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਸੋਇਆਬੀਨ। ਅੱਜ ਅਸੀਂ ਸੋਇਆਬੀਨ ਦੇ ਹਰ ਚੰਗੇ ਅਤੇ ਮਾੜੇ ਪਹਿਲੂ 'ਤੇ ਗੱਲ ਕਰਾਂਗੇ। ਕੁਝ ਚੀਜ਼ਾਂ ਵਿੱਚ ਸੋਇਆਬੀਨ ਨੂੰ ਬੜਾ ਬਦਨਾਮ ਕੀਤਾ ਜਾਂਦਾ, ਤਾਂ ਅੱਜ ਅਸੀਂ ਇਸ ਦੇ ਹਰ ਚੰਗੇ ਮਾੜੇ ਪਹਿਲੂ ਨੂੰ ਵਿਚਾਰਾਂਗੇ। ਸੋਇਆਬੀਨ ਸ਼ਾਕਾਹਾਰੀ ਪ੍ਰੋਟੀਨ ਦਾ ਸਭ ਤੋਂ ਵਧੀਆ ਸਰੋਤ ਆ। ਸੋਇਆਬੀਨ ਅੰਦਰ ਜ਼ਰੂਰੀ 9 ਦੇ 9 ਅਮੀਨੋ ਐਸਿਡ ਪਾਏ ਜਾਂਦੇ ਆ, ਜੋ ਕਿ ਸਾਡੀ ਮਸਲ ਗਰੋਥ ਲਈ, ਸਾਡੀ ਚੰਗੀ ਸਿਹਤ ਲਈ ਜ਼ਰੂਰੀ ਹੁੰਦੇ ਆ। ਇਸ ਵਿੱਚ ਇੱਕ ਅਮੀਨੋ ਐਸਿਡ ਆ ਮੀਥਿਓਨਾਈਨ, ਜੋ ਕਿ ਘੱਟ ਮਾਤਰਾ ਵਿੱਚ ਪਾਇਆ ਜਾਂਦਾ, ਅਤੇ ਇਸ ਨੂੰ ਅਸੀਂ ਇੱਕ ਤਰ੍ਹਾਂ ਦਾ ਫਾਇਦੇ ਦਾ ਸੌਦਾ ਹੀ ਗਿਣ ਸਕਦੇ ਹਾਂ, ਕਿਉਂਕਿ ਮੀਥਿਓਨਾਈਨ ਇੱਕ ਅਜਿਹਾ ਅਮੀਨੋ ਐਸਿਡ ਹੈ ਜੋ ਜਾਨਵਰਾਂ ਅੰਦਰ ਹੋਈ ਖੋਜ ਵਿੱਚ ਦੇਖਿਆ ਗਿਆ ਕਿ ਮੀਥਿਓਨਾਈਨ ਦੇ ਖੁਰਾਕ ਵਿੱਚ ਘਟਣ 'ਤੇ ਜਾਨਵਰਾਂ ਦੀ ਉਮਰ ਵਿੱਚ ਵਾਧਾ ਹੋਇਆ। ਅਸਲ ਵਿੱਚ ਮੀਥਿਓਨਾਈਨ ਜਦੋਂ ਸਾਡੇ ਸਰੀਰ ਅੰਦਰ ਹਜ਼ਮ ਹੁੰਦਾ, ਫਿਲਹਾਲ ਇਹ ਖੋਜ ਜਾਨਵਰਾਂ ਉੱਪਰ ਹੀ ਕੀਤੀ ਗਈ ਆ, ਤਾਂ ਇੱਕ ਬਾਈ ਪ੍ਰੋਡਕਟ ਪੈਦਾ ਹੁੰਦਾ ਜਿਸ ਨੂੰ ਕਿ ਹੋਮੋਸਿਸਟੀਨ ਕਿਹਾ ਜਾਂਦਾ। ਇਹ ਹੋਮੋਸਿਸਟੀਨ ਨਾਂ ਦਾ ਤੱਤ ਦਿਲ ਅਤੇ ਦਿਮਾਗ ਦੀਆਂ ਬਿਮਾਰੀਆਂ ਦਾ ਕਾਰਨ ਬਣਦਾ। ਹਾਲਾਂਕਿ ਇਸ ਦੇ ਨੁਕਸਾਨ ਤੋਂ ਬਚਣਾ ਆਸਾਨ ਹੀ ਆ, ਜੇ ਤੁਸੀਂ ਆਪਣੀ ਖੁਰਾਕ ਵਿੱਚ ਵਿਟਾਮਿਨ ਬੀ ਕੰਪਲੈਕਸ, ਵਿਟਾਮਿਨ B6 ਅਤੇ ਕੁਝ ਹੋਰ ਜ਼ਰੂਰੀ ਤੱਤ ਲੈਂਦੇ ਹੋ ਤਾਂ ਹੋਮੋਸਿਸਟੀਨ ਆਮ ਤੌਰ 'ਤੇ ਕੋਈ ਨੁਕਸਾਨ ਵੀ ਨਹੀਂ ਕਰਦਾ। ਹੁਣ ਗੱਲ ਕਰਦੇ ਹਾਂ ਸੋਇਆਬੀਨ ਵਿੱਚ ਪਾਏ ਜਾਂਦੇ ਸਭ ਤੋਂ ਵਿਵਾਦਪੂਰਨ ਤੱਤ, ਜਿਸ ਨੂੰ ਕਿ ਐਸਟ੍ਰੋਜਨ ਕਿਹਾ ਜਾਂਦਾ, ਉਸ ਬਾਰੇ। ਅਸਲ ਵਿੱਚ ਸੋਇਆਬੀਨ ਵਿੱਚ ਐਸਟ੍ਰੋਜਨ ਹਾਰਮੋਨ ਨਹੀਂ ਪਾਇਆ ਜਾਂਦਾ, ਪਰ ਸੋਇਆਬੀਨ ਵਿੱਚ ਕੁਝ ਆਈਸੋਫਲੇਵਨਸ ਪਾਏ ਜਾਂਦੇ ਆ। 3 ਤਰ੍ਹਾਂ ਦੇ ਆਈਸੋਫਲੇਵਨ, ਜਿਵੇਂ ਕਿ ਜੈਨਸਟਿਨ, ਡਾਇਆਡਜ਼ੀਨ ਅਤੇ ਗਲਸਟੀਨ। ਇਹ ਆਈਸੋਫਲੇਵਨ ਇੱਕ ਤਰ੍ਹਾਂ ਐਸਟ੍ਰੋਜਨ ਦੀ ਨਕਲ ਹੁੰਦੇ ਆ। ਇਹਨਾਂ ਦੀ ਬਣਤਰ ਐਸਟ੍ਰੋਜਨ ਦੀ ਤਰ੍ਹਾਂ ਹੁੰਦੀ ਹੈ, ਪਰ ਇਹ ਮਨੁੱਖ ਵਿੱਚ ਪਾਈ ਜਾਂਦੀ ਐਸਟ੍ਰੋਜਨ ਤੋਂ 1000, ਕਈ ਵਾਰੀ ਤਾਂ 10,000 ਗੁਣਾ ਤੱਕ ਕਿਹਾ ਜਾਂਦਾ ਕਮਜ਼ੋਰ ਹੁੰਦੇ ਆ। ਇਸ ਲਈ ਇਹਨਾਂ ਦਾ ਸਾਡੇ ਸਰੀਰ ਉੱਪਰ ਕਿਸੇ ਤਰ੍ਹਾਂ ਦਾ ਕੋਈ ਬੁਰਾ ਅਸਰ ਨਹੀਂ ਪੈਂਦਾ, ਅਤੇ ਕਈ ਤਰ੍ਹਾਂ ਦੇ ਚੰਗੇ ਅਸਰ ਜ਼ਰੂਰ ਹੁੰਦੇ ਆ। ਸੋਇਆਬੀਨ ਅੰਦਰ ਕੁਝ ਅਜਿਹੇ ਤੱਤ ਵੀ ਪਾਏ ਜਾਂਦੇ ਆ ਜੋ ਕਿ ਚੰਗੇ ਕੋਲੈਸਟਰੋਲ ਨੂੰ ਥੋੜ੍ਹੀ ਮਾਤਰਾ ਵਿੱਚ ਵਧਾ ਦਿੰਦੇ ਆ, ਮਾੜੇ ਕੋਲੈਸਟਰੋਲ ਨੂੰ ਘਟਾ ਦਿੰਦੇ ਆ, ਅਤੇ ਇਹੀ ਕਾਰਨ ਹੈ ਕਿ ਸੋਇਆਬੀਨ ਸਾਨੂੰ ਦਿਲ ਦੀਆਂ ਬਿਮਾਰੀਆਂ ਤੋਂ ਬਚਾਉਂਦਾ। ਜਦੋਂ ਗੱਲ ਆਉਂਦੀ ਹੈ ਸੋਇਆਬੀਨ ਵਿੱਚ ਪਾਏ ਜਾਂਦੇ ਫਾਈਟੋਐਸਟ੍ਰੋਜਨ ਦੀ, ਯਾਨੀ ਆਈਸੋਫਲੇਵਨ ਦੀ, ਤਾਂ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਕਿ ਇਹ ਅਸਲੀ ਐਸਟ੍ਰੋਜਨ, ਯਾਨੀ ਮਨੁੱਖਾਂ ਅੰਦਰ ਪਾਈ ਐਸਟ੍ਰੋਜਨ ਤੋਂ ਹਜ਼ਾਰਾਂ ਗੁਣਾ ਕਮਜ਼ੋਰ ਇੱਕ ਤਰ੍ਹਾਂ ਦੀ ਬਨਾਵਟੀ ਐਸਟ੍ਰੋਜਨ ਹੁੰਦੀ ਆ, ਜਿਸ ਦੇ ਕੁਝ ਫਾਇਦੇ ਵੀ ਆ, ਜਿਵੇਂ ਕਿ ਇਹ ਐਂਟੀਐਸਟ੍ਰੋਜਨ ਦਾ ਇਫੈਕਟ ਪੈਦਾ ਕਰਦੀ ਹੈ ਸਾਡੇ ਸਰੀਰ ਅੰਦਰ। ਇਹ ਐਂਟੀਐਸਟ੍ਰੋਜਨ ਇਫੈਕਟ ਕੀ ਹੁੰਦਾ? ਜਦੋਂ ਸਾਡੇ ਸਰੀਰ ਅੰਦਰ ਬਹੁਤ ਸਾਰੀ ਕਮਜ਼ੋਰ ਐਸਟ੍ਰੋਜਨ ਚਲੀ ਜਾਂਦੀ ਆ, ਤਾਂ ਸਾਡੇ ਸਰੀਰ ਨੂੰ ਲੱਗਦਾ ਕਿ ਸਰੀਰ ਅੰਦਰ ਜ਼ਰੂਰਤ ਤੋਂ ਜ਼ਿਆਦਾ ਐਸਟ੍ਰੋਜਨ ਬਣ ਚੁੱਕੀ ਆ ਜਾਂ ਆ ਚੁੱਕੀ ਆ, ਤਾਂ ਸਰੀਰ ਅਸਲੀ ਐਸਟ੍ਰੋਜਨ ਬਣਾਉਣਾ ਬੰਦ ਕਰ ਦਿੰਦਾ ਜਾਂ ਅਸਲੀ ਐਸਟ੍ਰੋਜਨ ਨੂੰ ਬਣਾਉਣਾ ਘਟਾ ਦਿੰਦਾ, ਅਤੇ ਸਾਡੇ ਸਰੀਰ ਅੰਦਰ ਜ਼ਿਆਦਾ ਮਾਤਰਾ ਵਿੱਚ ਇਹ ਬਨਾਵਟੀ ਐਸਟ੍ਰੋਜਨ ਹੀ ਰਹਿ ਜਾਂਦੀ ਆ, ਕਮਜ਼ੋਰ ਐਸਟ੍ਰੋਜਨ ਹੀ ਰਹਿ ਜਾਂਦੀ ਆ, ਜਿਸ ਦਾ ਕਿ ਕੋਈ ਵੀ ਬਾਇਓਲੋਜੀਕਲ ਇਫੈਕਟ ਨਹੀਂ ਹੁੰਦਾ। ਇਸ ਤਰ੍ਹਾਂ ਅਸਲੀ ਐਸਟ੍ਰੋਜਨ ਦਾ ਜੋ ਅਸਰ ਹੈ ਉਹ ਘੱਟ ਜਾਂਦਾ, ਜਿਸ ਕਾਰਨ ਟੈਸਟੋਸਟੀਰਨ ਦਾ ਅਸਰ ਥੋੜ੍ਹਾ ਵੱਧ ਜਾਂਦਾ। ਦੂਸਰੇ ਸ਼ਬਦਾਂ 'ਚ ਕਹੀਏ ਤਾਂ ਦੂਸਰੇ ਸ਼ਬਦਾਂ ਵਿੱਚ ਕਹੀਏ ਤਾਂ ਸਾਡੇ ਸਰੀਰ ਅੰਦਰ ਟੈਸਟੋਸਟੀਰਨ ਦੀ ਮਾਤਰਾ ਵਿੱਚ ਵਾਧਾ ਹੋ ਜਾਂਦਾ।
ਜੋ ਕਿ ਮਾਸਪੇਸ਼ੀਆਂ ਨੂੰ ਵੱਡੀਆਂ ਕਰਨ ਲਈ ਪਹਿਲੀ ਸ਼ਰਤ ਹੁੰਦੀ ਆ। ਬਹੁਤ ਸਾਰੀਆਂ ਖੋਜਾਂ ਹੋਈਆਂ ਜਿਨ੍ਹਾਂ ਵਿੱਚ ਵੇ ਪ੍ਰੋਟੀਨ, ਕੇਸੀਨ ਪ੍ਰੋਟੀਨ ਅਤੇ ਸੋਇਆ ਪ੍ਰੋਟੀਨ ਉੱਪਰ ਪਰਖਾਂ ਕੀਤੀਆਂ ਗਈਆਂ, ਖੋਜਾਂ ਕੀਤੀਆਂ ਗਈਆਂ। ਪ੍ਰਾਪਤ ਹੋਏ ਨਤੀਜਿਆਂ ਅਨੁਸਾਰ ਵੇ ਪ੍ਰੋਟੀਨ ਜਲਦੀ ਹਜਮ ਹੋਣ ਵਾਲੀ ਪ੍ਰੋਟੀਨ ਆ, ਕੇਸੀਨ ਪ੍ਰੋਟੀਨ ਬਹੁਤ ਹੌਲੀ ਹਜਮ ਹੋਣ ਵਾਲੀ ਪ੍ਰੋਟੀਨ ਹੈ, ਅਤੇ ਸੋਇਆ ਪ੍ਰੋਟੀਨ ਇਹਨਾਂ ਦੋਨਾਂ ਪ੍ਰੋਟੀਨ ਦੇ ਵਿਚਕਾਰ ਆਉਂਦੀ ਹੈ। ਇਹ ਨਾ ਜਲਦੀ ਹਜਮ ਹੁੰਦੀ ਹੈ ਅਤੇ ਨਾ ਹੀ ਹਜਮ ਹੋਣ ਉੱਪਰ ਜ਼ਿਆਦਾ ਦੇਰ ਲਾਉਂਦੀ ਹੈ। ਕੇਸੀਨ ਪ੍ਰੋਟੀਨ ਦੀ ਤਰ੍ਹਾਂ ਜ਼ਿਆਦਾ ਸਮਾਂ ਵੀ ਨਹੀਂ ਲੈਂਦੀ। ਇਸ ਲਈ ਦੁੱਧ ਵਾਲੀਆਂ ਦੋਨੋਂ ਪ੍ਰੋਟੀਨ ਅਤੇ ਵਿੱਚ ਸੋਇਆ ਪ੍ਰੋਟੀਨ ਵੀ ਮਿਲਾ ਦਿੱਤੀ ਜਾਵੇ ਤਾਂ ਇੱਕ ਸੰਪੂਰਨ ਪ੍ਰੋਟੀਨ ਸ਼ੇਕ ਤਿਆਰ ਹੋ ਜਾਂਦਾ, ਜਿਹੜਾ ਤੁਹਾਡੀ ਜਿਮ ਵਿੱਚ ਕੀਤੀ ਮਿਹਨਤ ਨੂੰ ਦੁੱਗਣਾ ਅਸਰਦਾਰ ਬਣਾ ਦਿੰਦਾ। ਇਹ ਵੀ ਇੱਕ ਕਾਰਨ ਆ ਜਿਸ ਕਾਰਨ ਮੈਂ ਆਪਦੇ ਹਰ ਇੱਕ ਕਲਾਇੰਟ ਨੂੰ, ਚਾਹੇ ਉਹ ਮੇਲ ਆ ਚਾਹੇ ਫੀਮੇਲ, ਸੋਇਆਬੀਨ ਖਾਣ ਦੀ ਮੁੱਖ ਤੌਰ 'ਤੇ ਸਿਫਾਰਿਸ਼ ਕਰਦਾ। ਬਾਕੀ ਸਾਡਾ ਜੋ ਖੁਦ ਦਾ ਤਜਰਬਾ ਹੈ, ਜੇ ਤੁਸੀਂ ਡੇਅਰੀ ਪ੍ਰੋਡਕਟ ਤੋਂ ਪ੍ਰੋਟੀਨ ਲੈ ਰਹੇ ਹੋ, ਐਗ ਜਾਂ ਮੀਟ ਤੋਂ ਪ੍ਰੋਟੀਨ ਲੈ ਰਹੇ ਹੋ ਅਤੇ ਸੋਇਆਬੀਨ ਤੋਂ ਪ੍ਰੋਟੀਨ ਲੈ ਰਹੇ ਹੋ, ਤਾਂ ਜੇ ਤੁਸੀਂ ਕੁਝ ਦਿਨਾਂ ਲਈ ਡੇਅਰੀ ਪ੍ਰੋਡਕਟ ਛੱਡ ਦਿੰਦੇ ਹੋ ਤਾਂ ਤੁਹਾਡੇ ਮਸਲ ਦੇ ਸਾਈਜ਼ ਜਾਂ ਤੁਹਾਡੀ ਸਟਰੈਂਥ ਉੱਪਰ ਬਹੁਤਾ ਅਸਰ ਨਹੀਂ ਪੈਂਦਾ। ਇਸੇ ਤਰ੍ਹਾਂ ਦੂਸਰੀ ਕਿਸੇ ਵੀ ਤਰ੍ਹਾਂ ਦੀ ਪ੍ਰੋਟੀਨ, ਇਸੇ ਤਰ੍ਹਾਂ ਜੇ ਆਂਡਿਆਂ ਤੋਂ ਜਾਂ ਚਿਕਨ ਤੋਂ ਆ ਰਹੀ ਪ੍ਰੋਟੀਨ ਛੱਡ ਦਿੰਦੇ ਹੋ, ਹਫ਼ਤਾ 10 ਦਿਨ ਬਿਲਕੁਲ ਨਹੀਂ ਖਾਂਦੇ, ਫਿਰ ਵੀ ਤੁਹਾਡੀ ਪਾਵਰ ਜਾਂ ਸਟਰੈਂਥ ਜਾਂ ਸਾਈਜ਼ ਉੱਪਰ ਕੋਈ ਅਸਰ ਨਹੀਂ ਪੈਂਦਾ। ਪਰ ਜੇ ਤੁਸੀਂ ਸੋਇਆਬੀਨ ਦੀ ਪ੍ਰੋਟੀਨ ਛੱਡ ਦਿੰਦੇ ਹੋ, ਸੋਇਆਬੀਨ ਦੀ ਪ੍ਰੋਟੀਨ ਛੱਡ ਦਿੰਦੇ ਆ, ਤਾਂ ਤੁਹਾਨੂੰ ਕੁਝ ਦਿਨਾਂ ਅੰਦਰ ਹੀ ਥੋੜ੍ਹੀ ਕਮਜ਼ੋਰੀ ਅਤੇ ਮਸਲ ਦਾ ਸਾਈਜ਼ ਥੋੜ੍ਹਾ ਜਿਹਾ ਘਟਿਆ ਹੋਇਆ ਨਜ਼ਰ ਆਉਂਦਾ। ਤਾਂ ਇਹ ਇੱਕ ਸਿੱਧੀ ਸੱਧੀ ਜਿਹੀ ਉਦਾਹਰਨ ਹੈ ਕਿ ਸੋਇਆ ਪ੍ਰੋਟੀਨ ਐਗ ਅਤੇ ਮੀਟ ਅਤੇ ਡੇਅਰੀ ਪ੍ਰੋਡਕਟ ਵਿੱਚ ਪਾਈ ਜਾਂਦੀ ਪ੍ਰੋਟੀਨ ਤੋਂ ਜ਼ਿਆਦਾ ਤੇਜ਼ੀ ਨਾਲ ਅਸਰ ਕਰਦੀ ਹੈ ਅਤੇ ਜ਼ਿਆਦਾ ਅਸਰਦਾਰ ਹੈ। ਇਸ ਤੋਂ ਇਲਾਵਾ ਇਸ ਦਾ ਇੱਕ ਤਰ੍ਹਾਂ ਦਾ ਐਂਟੀ ਐਸਟ੍ਰੋਜਨਿਕ ਇਫੈਕਟ ਵੀ ਹੈ। ਜਿਵੇਂ ਕਿ ਮੈਂ ਪਹਿਲਾਂ ਦੱਸਿਆ, ਤੁਹਾਡੀ ਬੋਡੀ ਨੂੰ ਇਹ ਭਰਮ ਹੋ ਜਾਂਦਾ ਕਿ ਉਸ ਅੰਦਰ ਜ਼ਰੂਰਤ ਤੋਂ ਜ਼ਿਆਦਾ ਐਸਟ੍ਰੋਜਨ ਪੈਦਾ ਹੋ ਚੁੱਕੀ ਹੈ, ਪਰ ਉਹ ਇੱਕ ਤਰ੍ਹਾਂ ਦੀ ਫਾਈਟੋ ਐਸਟ੍ਰੋਜਨ, ਬਨਾਵਟੀ ਐਸਟ੍ਰੋਜਨ ਜਾਂ ਕਮਜ਼ੋਰ ਐਸਟ੍ਰੋਜਨ ਹੁੰਦੀ ਹੈ, ਜਿਹਦਾ ਕਿ ਕੋਈ ਬਾਇਓਲੋਜੀਕਲ ਇਫੈਕਟ ਨਹੀਂ ਹੁੰਦਾ। ਪਰ ਬੋਡੀ ਇਸੇ ਭੁਲੇਖੇ ਅੰਦਰ ਖੁਦ ਐਸਟ੍ਰੋਜਨ ਬਣਾਉਣਾ ਘਟਾ ਦਿੰਦੀ ਹੈ, ਜਿਸ ਕਾਰਨ ਟੈਸਟੋਸਟੀਰਨ ਦਾ ਅਸਰ ਹੋਰ ਜ਼ਿਆਦਾ ਹੋ ਜਾਂਦਾ। ਚਾਹੇ ਟੈਸਟੋਸਟੀਰਨ ਦੀ ਕੁੱਲ ਮਾਤਰਾ ਉਨੀ ਰਹੇ, ਪਰ ਟੈਸਟੋਸਟੀਰਨ ਦਾ ਪ੍ਰਭਾਵ ਜ਼ਿਆਦਾ ਹੋ ਜਾਂਦਾ। ਇਸ ਲਈ ਮੇਰੇ ਤਜਰਬੇ ਅਨੁਸਾਰ ਸੋਇਆਬੀਨ ਟੈਸਟੋਸਟੀਰਨ ਦੇ ਪੱਧਰ ਉੱਪਰ ਬਹੁਤ ਹੀ ਸਕਾਰਾਤਮਕ ਅਸਰ ਪਾਉਂਦਾ। ਬਹੁਤ ਸਾਰੇ ਅਜਿਹੇ ਲੜਕੇ ਜੋ ਸਟੀਰਾਇਡ ਦੇ ਦੁਰਪ੍ਰਯੋਗ ਕਾਰਨ ਬਿਲਕੁਲ ਨਾਮਰਦ ਹੋ ਚੁੱਕੇ ਸਨ, ਟੈਸਟੋਸਟੀਰਨ ਜਿਨ੍ਹਾਂ ਦਾ ਬਿਲਕੁਲ ਨੀਵੇਂ ਪੱਧਰ 'ਤੇ ਸੀ, ਇੱਕ ਬੱਚੇ ਵਿੱਚ ਪਾਈ ਜਾਂਦੀ ਟੈਸਟੋਸਟੀਰਨ ਦੀ ਮਾਤਰਾ ਦੇ ਬਰਾਬਰ ਹੀ ਉਹਨਾਂ ਦਾ ਜੋ ਟੈਸਟੋਸਟੀਰਨ ਬਾਕੀ ਰਹਿ ਚੁੱਕਾ ਸੀ। ਜਦ ਮੈਂ ਉਹਨਾਂ ਨੂੰ ਲਗਭਗ 3 ਤੋਂ 4 ਮਹੀਨਿਆਂ ਅੰਦਰ ਠੀਕ ਕੀਤਾ ਤਾਂ ਉਹਨਾਂ ਦੀ ਖੁਰਾਕ ਅੰਦਰ ਪ੍ਰੋਟੀਨ ਦੀ ਜ਼ਿਆਦਾ ਮਾਤਰਾ ਮੈਂ ਸੋਇਆਬੀਨ ਵਿੱਚੋਂ ਹੀ ਦਿੰਦਾ ਸੀ। ਅਤੇ ਕੁਝ ਕਾਰਨ ਹੋਰ ਵੀ ਆ ਜਿਨ੍ਹਾਂ ਕਰਕੇ ਮੈਂ ਟੈਸਟੋਸਟੀਰਨ ਵਧਾਉਣ ਲਈ ਸੋਇਆਬੀਨ ਦਾ ਇਸਤੇਮਾਲ ਕਰਦਾ। ਜਿਵੇਂ ਕਿ ਸੋਇਆਬੀਨ ਸਾਡੇ ਸਰੀਰ ਅੰਦਰ ਪਾਏ ਜਾਂਦੇ ਅਰੋਮਾਟੇਜ਼ ਐਂਜ਼ਾਈਮ ਨੂੰ ਘੱਟ ਕਰ ਦਿੰਦਾ। ਇਹ ਅਰੋਮਾਟੇਜ਼ ਐਂਜ਼ਾਈਮ ਟੈਸਟੋਸਟੀਰਨ ਨੂੰ ਐਸਟ੍ਰੋਜਨ ਅੰਦਰ ਕਨਵਰਟ ਕਰ ਦਿੰਦਾ, ਯਾਨੀ ਟੈਸਟੋਸਟੀਰਨ ਤੋਂ ਐਸਟ੍ਰੋਜਨ ਬਣਾ ਦਿੰਦਾ, ਜਿਸ ਕਾਰਨ ਔਰਤਾਂ ਵਰਗੀ ਛਾਤੀ ਯਾਨੀ ਗਾਇਨੋਕੋਮਾਸਟੀਆ ਦੀ ਮੁਸ਼ਕਲ ਵੀ ਹੋ ਜਾਂਦੀ ਹੈ।
ਤੇ ਇੱਥੇ ਮੈਂ ਇੱਕ ਚੀਜ਼ ਹੋਰ ਦੱਸਾਂ ਤਾਂ ਮੇਰੇ ਜ਼ਿਆਦਾਤਰ ਕਲਾਇੰਟ ਨੂੰ ਦੁੱਧ ਤੋਂ ਡੇਅਰੀ ਪ੍ਰੋਡਕਟ ਤੋਂ ਮੁਸ਼ਕਲਾਂ ਆ ਰਹੀਆਂ, ਜਿਨ੍ਹਾਂ ਵਿੱਚ 2 ਕੇਸ ਅਜਿਹੇ ਵੀ ਸੀ ਕਿ ਉਹਨਾਂ ਅੰਦਰ ਮੱਝ ਗਾਂ ਦੇ ਦੁੱਧ ਕਾਰਨ ਬਲੋਟਿੰਗ ਹੋ ਜਾਂਦੀ ਹੈ, ਵਾਟਰ ਟੈਂਸ਼ਨ ਹੋ ਜਾਂਦੀ ਹੈ, ਵਜ਼ਨ ਵੱਧ ਜਾਂਦਾ, ਪੇਟ ਖਰਾਬ ਹੋਣ ਲੱਗਦਾ। ਇੱਥੋਂ ਤੱਕ ਕਿ 2 ਕੇਸਾਂ ਅੰਦਰ ਗਾਇਨੋਕੋਮਾਸਟੀਆ ਦੀ ਥੋੜ੍ਹੀ ਜਿਹੀ ਮੁਸ਼ਕਲ ਵੀ ਆਈ, ਜੋ ਕਿ ਡੇਅਰੀ ਪ੍ਰੋਡਕਟ ਛੱਡਣ 'ਤੇ ਬਿਲਕੁਲ ਠੀਕ ਹੋ ਗਈ। ਪਰ ਇਹ ਹਰ ਕਿਸੇ ਮਾਮਲੇ ਵਿੱਚ ਨਹੀਂ ਹੁੰਦਾ। ਜੇ ਤੁਹਾਨੂੰ ਲੱਗਦਾ ਕਿ ਤੁਸੀਂ ਜ਼ਿਆਦਾ ਡੇਅਰੀ ਪ੍ਰੋਡਕਟ ਖਾ ਰਹੇ ਹੋ ਅਤੇ ਇਸ ਤਰ੍ਹਾਂ ਦੀ ਕੋਈ ਮੁਸ਼ਕਲ ਹੈ ਤੁਹਾਨੂੰ, ਤਾਂ ਕੁਝ ਸਮੇਂ ਲਈ ਡੇਅਰੀ ਪ੍ਰੋਡਕਟ ਬੰਦ ਕਰਕੇ ਦੇਖੋ। ਅੱਛਾ, ਹੁਣ ਫੇਰ ਤੋਂ ਗੱਲ ਕਰਦੇ ਹਾਂ ਸੋਇਆਬੀਨ ਬਾਰੇ। ਸੋਇਆਬੀਨ ਸਾਡੇ ਸਰੀਰ ਅੰਦਰ ਇੱਕ ਹੋਰ ਤਰ੍ਹਾਂ ਦੇ ਐਂਜ਼ਾਈਮ, ਜਿਹਨੂੰ ਕਿ ਅਲਫਾ ਰਿਡਕਟੇਜ਼ ਕਿਹਾ ਜਾਂਦਾ, ਉਸ ਦੀ ਮਾਤਰਾ ਨੂੰ ਵੀ ਕਾਬੂ ਕਰਦਾ। ਇਹ ਜਿਹੜਾ ਅਲਫਾ ਰਿਡਕਟੇਜ਼ ਐਂਜ਼ਾਈਮ ਹੈ, ਇਹ ਟੈਸਟੋਸਟੀਰਾਨ ਨੂੰ DHT ਵਿੱਚ ਕਨਵਰਟ ਕਰਦਾ, ਅਤੇ ਇਹ DHT ਐਂਜ਼ਾਈਮ ਸਿਰ ਦੇ ਵਾਲ ਝੜਨ ਦਾ ਮੁੱਖ ਕਾਰਨ ਹੁੰਦਾ। ਤਾਂ ਹੁਣ ਸਵਾਲ ਪੈਦਾ ਹੁੰਦਾ ਕਿ ਸੋਇਆਬੀਨ ਦਾ ਇਸਤੇਮਾਲ ਕਿਸ ਤਰ੍ਹਾਂ ਕੀਤਾ ਜਾਵੇ। ਇਸ ਲਈ ਸੋਇਆਬੀਨ ਦੀ ਦਾਲ ਲਿਆਓ ਅਤੇ ਉਸ ਨੂੰ ਕੁਝ ਦਿਨ ਧੁੱਪ ਵਿੱਚ ਰੱਖੋ। ਧੁੱਪ ਵਿੱਚ ਰੱਖਣ ਦੇ ਬਾਅਦ ਉਸ ਨੂੰ ਚੱਕੀ ਉੱਪਰ ਪਿਸਵਾ ਲਓ। ਹੁਣ ਸੋਇਆਬੀਨ ਦੇ ਉਸ ਆਟੇ ਨੂੰ ਤੁਸੀਂ ਰੋਟੀ ਵਿੱਚ ਪਾ ਕੇ ਵੀ ਖਾ ਸਕਦੇ ਹੋ, ਅਤੇ ਜੋ ਸਭ ਤੋਂ ਕਾਮਯਾਬ ਤਰੀਕਾ ਜਿਹੜਾ ਮੈਂ ਅਕਸਰ ਵਰਤਦਾ ਅਤੇ ਆਪਣੇ ਕਲਾਇੰਟ ਨੂੰ ਵੀ ਵਰਤਣ ਲਈ ਕਹਿੰਦਾ, ਉਹ ਹੁੰਦਾ ਸੋਇਆਬੀਨ ਦਾ ਦੁੱਧ ਬਣਾਉਣਾ। ਤਾਂ ਸੋਇਆਬੀਨ ਦਾ ਦੁੱਧ ਬਣਾਉਣ ਦਾ ਢੰਗ ਆ, ਤਕਰੀਬਨ 1 ਲੀਟਰ ਪਾਣੀ ਵਿੱਚ 100 ਗ੍ਰਾਮ ਸੋਇਆਬੀਨ ਦਾ ਆਟਾ ਘੋਲੋ ਅਤੇ ਉਸ ਨੂੰ 10 ਤੋਂ 15 ਮਿੰਟ ਲਈ ਉਬਾਲੋ। ਉਬਾਲਦੇ ਹੋਏ ਉਸ ਨੂੰ ਹਿਲਾਈ ਚੱਲੋ, ਨਹੀਂ ਤਾਂ ਸੋਇਆਬੀਨ ਦਾ ਆਟਾ ਥੱਲੇ ਲੱਗ ਸਕਦਾ, ਮੱਚ ਸਕਦਾ। ਠੰਡਾ ਹੋਣ 'ਤੇ ਉਸ ਨੂੰ ਬਹੁਤ ਹੀ ਸੰਘਣੀ, ਜਿੰਨੀ ਵੀ ਹੋ ਸਕੇ ਸੰਘਣੀ ਚਾਹ ਪਾਉਣੀ ਨਾ, ਜਾਂ ਕਿਸੇ ਕੱਪੜੇ ਨਾਲ ਪੁੰਨ ਲਵੋ। ਤਾਂ ਉਹ ਪੁਣਿਆ ਹੋਇਆ ਦੁੱਧ ਤੁਸੀਂ ਦਿਨ 'ਚ 1-2 ਵਾਰ ਜਾਂ 3-4 ਵਾਰ, ਜਿਸ ਤਰ੍ਹਾਂ ਤੁਹਾਨੂੰ ਠੀਕ ਲੱਗੇ, ਵੰਡ ਕੇ ਪੀਓ। ਸੋਇਆਬੀਨ ਦੇ ਇਸ ਦੁੱਧ ਵਿੱਚ ਤੁਹਾਨੂੰ ਹਰ ਜ਼ਰੂਰੀ ਅਮੀਨੋ ਐਸਿਡ, BCAA ਅਤੇ ਖ਼ਾਸ ਤੌਰ 'ਤੇ ਵਰਣਨਯੋਗ ਜੋ ਹੈ ਉਹ ਗਲੂਟਾਮਿਨ ਅਮੀਨੋ ਐਸਿਡ ਭਰਪੂਰ ਮਾਤਰਾ ਵਿੱਚ ਮਿਲਦਾ। ਇਹ ਗਲੂਟਾਮਿਨ ਤੁਹਾਨੂੰ ਦਿਨਾਂ ਵਿੱਚ ਹੀ ਨਤੀਜੇ ਦਿੰਦਾ। ਸੋਇਆਬੀਨ ਦਾ ਇਹ ਦੁੱਧ 2 ਦਿਨ ਪੀਣ 'ਤੇ ਹੀ ਤੁਹਾਨੂੰ ਆਪਣੇ ਮਸਲ ਵਿੱਚ ਆਉਣ ਵਾਲਾ ਪੰਪ ਦੁੱਗਣੀ ਮਾਤਰਾ ਵਿੱਚ ਲੱਗੇਗਾ,